ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 19 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ એનર્ਜੀ ਦੀਆਂ ਕੀਮਤਾਂ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਈਰਾਨ ਦਾ ਜਿਹੜਾ ਗੈਸ ਫੀਲਡ ਆ ਉਹਨੂੰ ਸਟ੍ਰਾਈਕ ਕਰਨ ਦੀ ਥ੍ਰੈਟ ਦਿੱਤੀ ਆ ਤੇ ਇੱਕ F-35 ਜਿਹੜਾ ਆ ਅਮਰੀਕਾ ਦਾ ਉਹ ਡਾਊਨ ਵੀ ਹੋਇਆ ਹੈਗਾ। ਐਨਮੀ ਫਾਇਰ ਉਹਦੇ 'ਚ ਸਸਪੈਕਟ ਕੀਤੀ ਜਾ ਸਕਦੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਅਸੀਂ ਮੈਸਿਵਲੀ ਬਲੋ ਅਪ ਦਾ ਇੰਟਾਇਰਲੀ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਗੈਸ ਫੀਲਡ ਹੈਗਾ ਉਸ ਨੂੰ, ਜੇ ਇਰਾਨ ਵਾਲਿਆਂ ਨੇ ਕਤਰ ਨੂੰ ਫੇਰ ਜਿਹੜਾ ਆ ਕਿਸੇ ਤਰ੍ਹਾਂ ਅਟੈਕ ਕੀਤਾ। ਜਿਹੜੀ ਲੜਾਈ ਆ ਇਹ ਵੱਧਦੀ ਹੀ ਜਾ ਰਹੀ ਆ, ਘਟ ਨਹੀਂ ਰਹੀ ਹੈਗੀ। ਇਰਾਨ ਨੇ એનર્ਜੀ ਦੇ ਸਾਈਟਸ ਜਿਹੜੇ ਗਲਫ ਸਟੇਟਸ ਦੇ ਵਿੱਚ ਹੈਗੇ ਆ, ਜਿਨ੍ਹਾਂ 'ਚ ਕਤਰ ਆ, ਹੋਰ ਏਰੀਆਜ਼ ਆ, ਉੱਥੇ ਵੀ ਜਿਹੜਾ ਹਿੱਟ ਕੀਤਾ ਹੈਗਾ। ਟਰੰਪ ਉਹਨਾਂ ਨੇ ਇਹਦੇ ਬਦਲੇ ਦੇ ਵਿੱਚ ਇਹ ਜਵਾਬ ਦਿੱਤਾ ਹੈਗਾ। ਯੂਰਪੀਅਨ ਲੀਡਰਸ ਜੋ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਹ ਸਟੇਬਲਾਈਜ਼ ਕੀਤੀਆਂ ਜਾ ਸਕਣ। ਕਿਸ ਤਰ੍ਹਾਂ ਜਿਹੜੀ ਸਟੇਟ ਆਫ ਹਾਰਮਜ਼ ਆ ਉਸ ਨੂੰ ਖੋਲ੍ਹਿਆ ਜਾਵੇ। ਕੁਛ ਮੁਲਕ ਜੋ ਆ ਉਹ ਹੁਣ ਅਮਰੀਕਾ ਦਾ ਸਾਥ ਵੀ ਦੇਣ ਜਾ ਰਹੇ ਹੈਗੇ ਆ। ਇੱਕ US 35 ਨੂੰ ਐਮਰਜੈਂਸੀ ਲੈਂਡ ਕਰਨਾ ਪਿਆ ਜਦੋਂ ਸਸਪੈਕਟਡ ਐਨਮੀ ਫਾਇਰ ਨੇ ਉਹਨੂੰ ਹਿੱਟ ਕੀਤਾ ਹੈਗਾ ਆ। US ਨੇ ਹਾਰਮੋਜ਼ ਦੇ ਲਾਗੇ ਮਿਜ਼ਾਈਲਸ ਦੇ ਨਾਲ ਹਿੱਟ ਕੀਤਾ ਆ। ਜੋ ਕੈਂਟ ਜੋ ਸਾਬਕਾ ਇੰਟੈਲੀਜੈਂਸ ਆਫੀਸ਼ੀਅਲ ਸੀ ਜਿਹਨੇ ਰਿਜ਼ਾਈਨ ਕੀਤਾ ਸੀ ਤੇ ਉਹ ਅੰਡਰ ਇਨਵੈਸਟੀਗੇਸ਼ਨ ਹੈ FBI। ਕਹਿੰਦੇ ਵੀ ਉਹਨਾਂ ਨੇ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਆ ਲੀਕ ਕੀਤੀ ਹੈਗੀ ਆ। ਹੁਣ ਤੱਕ 2000 ਤੋਂ ਵੱਧ ਲੋਕਾਂ ਦੀ ਮੌਤਾਂ ਜਿਹੜੀਆਂ ਆ ਮਿਡਲ ਈਸਟ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਈਰਾਨ, ਇਜ਼ਰਾਈਲ ਨੇ ਅਮਰੀਕਨ ਸਾਰੇ ਸਟ੍ਰਾਈਕਸ ਦੇ ਵਿੱਚ 1200 ਦੇ ਕਰੀਬ ਇਰਾਨੀਅਨ ਲੋਕ ਮਾਰੇ ਜਾ ਚੁੱਕੇ ਆ। 850 ਦੇ ਕਰੀਬ ਲੈਬਨਾਨ, ਕਿਉਂਕਿ ਇਜ਼ਰਾਈਲ ਵਾਲਿਆਂ ਨੇ ਉੱਥੇ ਬੰਬਾਰਡਮੈਂਟ ਸ਼ੁਰੂ ਕੀਤੀ ਹੋਈ ਹੈਗੀ ਆ। ਇਜ਼ਰਾਈਲ 'ਚ ਵੀ 13 ਜਾਣਿਆਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਇਹ ਜਿਹੜਾ ਗੈਸ ਫੀਲਡ ਦੇ ਉੱਤੇ ਜਿਹੜਾ ਅਟੈਕ ਆ ਉਹ ਕਾਫੀ ਇਹਦੇ ਨਾਲ ਲੜਾਈ ਜਿੱਦਾਂ ਤੁਸੀਂ ਦੱਸਿਆ ਵੀ ਵਧੀ ਆ। ਕਤਰ ਨੇ ਇਹ ਕਿਹਾ ਆ ਵੀ ਉਹਨਾਂ ਦੇ ਕੋਲ 30% ਤੱਕ ਜਿਹੜੀ LNG ਸੀਗੀ ਉਸ ਨੂੰ ਨੁਕਸਾਨ ਜਿਹੜਾ ਪਹੁੰਚਿਆ। ਕਹਿੰਦੇ ਕਈ ਮਹੀਨਿਆਂ ਤੋਂ ਕਈ ਸਾਲਾਂ ਦੀ ਜਿਹੜੀ ਆਇਲ ਆ ਜਾਂ ਉਹ ਜਿਹੜਾ ਐਨਰਜੀ ਦਾ ਸੋਰਸ ਆ ਉਹ ਸਮਾਪਤ ਜਿਹੜਾ ਹੋ ਗਿਆ। ਉਸਦੀ ਭਰਪਾਈ ਦੁਬਾਰਾ ਕਰਨ ਦੇ ਲਈ ਇੰਨਾ ਵਕਤ ਜਿਹੜਾ ਉਹ ਲੱਗ ਜਿਹੜਾ ਹੋ ਜਾਵੇਗਾ। ਹੁਣ ਗਲਫ ਦੇ ਮੁਲਕ ਇੱਕ ਹਿਸਾਬ ਦੇ ਨਾਲ ਬੜੇ ਸ਼ਸ਼ੋਪੰਚ ਆ, ਟੈਨਸ਼ਨ 'ਚ ਇਸ ਗੱਲੋਂ ਆਏ ਹੋਏ ਆ ਵੀ ਕੀ ਈਰਾਨ ਜਦੋਂ ਮਰਜ਼ੀ ਸਟ੍ਰੇਟ ਆਫ ਹਾਰਮਜ਼ ਨੂੰ ਅੱਗੇ ਬੰਦ ਕਰ ਸਕਦਾ। ਮੰਨ ਲਓ ਜੇ ਕੱਲ ਨੂੰ ਲੜਾਈ ਇਹ ਬੰਦ ਵੀ ਹੋ ਜਾਂਦੀ ਆ, ਪਰ ਬੇਸਿਕਲੀ ਈਰਾਨ ਨੇ ਇਹ ਦਿਖਾ ਦਿੱਤਾ ਵੀ ਉਹ ਆਪਣੀ ਮਨਮਰਜ਼ੀ ਜਿਹੜੀ ਉਹ ਕਰ ਸਕਦਾ ਹੈਗਾ ਆ। ਗਲਫ ਦੇ ਮੁਲਕਾਂ ਦੇ ਵਿੱਚੋਂ ਅਮਰੀਕਨ ਬੇਸਾਂ ਨੂੰ ਚੱਕਣ ਦੀ ਜਿਹੜੀ ਗੱਲ ਆ ਬਾਰ-ਬਾਰ ਈਰਾਨ ਉਹਨਾਂ ਮੁਲਕਾਂ ਨੂੰ ਆਖ ਰਿਹਾ ਆ। ਈਰਾਨ ਦੇ ਜਿਹੜੇ ਪਹਿਲਾਂ ਇੱਕ ਗੈਸ ਭੰਡਾਰ ਦੇ ਜਿਹੜਾ ਆਇਲ ਫੀਲਡ ਆ ਉਸ ਦੇ ਉੱਤੇ ਇਜ਼ਰਾਈਲ ਨੇ ਕੱਲ੍ਹ ਹਮਲਾ ਕੀਤਾ। ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਨੇ ਇਹ ਜਿਹੜੇ ਹਮਲੇ ਕਰ ਦਿੱਤੇ ਆ, ਜਿਸ ਦੇ ਕਰਕੇ ਦੁਨੀਆ ਭਰ ਦੇ ਵਿੱਚ ਹੁਣ ਤੇਲ ਦੀਆਂ ਕੀਮਤਾਂ ਖਾਸੀਆਂ ਜਿਹੜੀਆਂ ਉਹ ਵੱਧ ਜਿਹੜੀਆਂ ਚੁੱਕੀਆਂ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਇਹ ਆਪਾਂ ਨਾਲ ਦੇ ਨਾਲ ਜਿਹੜਾ ਉਹ ਦੱਸਦੇ ਜਾਈਏ, ਅੱਜ ਜਿਹੜਾ ਬੀਬੀ ਨੇਤਨਯਾਹੂ ਆ ਉਹ ਇਹ ਕਹਿ ਰਿਹਾ ਵੀ ਹੁਣ ਅਸੀਂ ਇੰਨੇ ਕੁ ਜ਼ਿਆਦਾ ਹਮਲੇ ਕਰ ਦਿੱਤੇ ਈਰਾਨ ਦੇ ਉੱਤੇ,
ਈਰਾਨ ਯੂਰੇਨੀਅਮ ਦੀ ਇਨਰਿਚਮੈਂਟ ਨਹੀਂ ਕਰ ਸਕੇਗਾ। ਤੇ ਇੱਥੋਂ ਤੱਕ ਕਿ ਮਿਜ਼ਾਈਲ ਵੀ ਉਹਨਾਂ ਦੇ ਲਈ ਬਣਾਉਣਾ ਜਾਂ ਉਹ ਚੀਜ਼ਾਂ ਕਰਨੀਆਂ ਵੀ ਖਾਸੀਆਂ ਔਖੀਆਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਸੋ ਕੀ ਇਹਦਾ ਮਤਲਬ ਇਹ ਬਿਆਨ ਤੋਂ ਇਹ ਅੰਦਾਜ਼ਾ ਲਾਇਆ ਜਾਵੇ ਵੀ ਸ਼ਾਇਦ ਲੜਾਈ ਨੂੰ ਰੋਕਣ ਦੇ ਲਈ ਇਹ ਇੱਕ ਆਫ ਰੈਂਪ ਸਟੇਟਮੈਂਟ ਆ ਵੀ ਹੌਲੀ ਹੌਲੀ ਇਸ ਤੋਂ ਜਿਹੜਾ ਲੜਾਈ ਤੋਂ ਬਾਹਰ ਨਿਕਲਿਆ ਜਿਹੜਾ ਉਹ ਜਾਵੇ। ਪਹਿਲਾਂ ਰਸ਼ੀਅਨ ਤੇਲ ਦੇ ਉੱਤੇ ਸੈਂਕਸ਼ਨਸ ਅਮਰੀਕਾ ਨੇ ਲਾਈਆਂ ਸੀਗੀਆਂ, ਇਰਾਨੀਅਨ ਤੇਲ ਦੇ ਉੱਤੇ ਸੈਂਕਸ਼ਨਸ ਲੱਗੀਆਂ ਹੋਈਆਂ ਸੀਗੀਆਂ, ਪਰ ਹੁਣ ਕਿਉਂਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਇੰਨਾ ਕੁ ਜ਼ਿਆਦਾ ਹੋ ਗਿਆ, ਮਜਬੂਰਨ ਅੱਜ ਅਮਰੀਕਾ ਦੇ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ਇਹ ਆਈਡੀਆ ਫਲੋਟ ਕੀਤਾ ਵੀ ਸੈਂਕਸ਼ਨਸ ਜਿਹੜੀਆਂ ਆ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾਵੇ, ਥੋੜੀ ਜਿਹੀ ਛੋਟ ਦਿੱਤੀ ਜਾਵੇ ਇਰਾਨੀਅਨ ਤੇ ਰਸ਼ੀਅਨ ਆਇਲ ਦੇ ਉੱਤੇ। ਰਸ਼ੀਅਨ ਆਇਲ ਨੂੰ ਆਲਰੇਡੀ ਖਰੀਦਣ ਦੇ ਲਈ 1 ਮਹੀਨੇ ਦੀ ਮੌਲਤ ਅਮਰੀਕਾ ਦੇ ਦੁਆਰਾ ਜਿਹੜੀ ਉਹ ਦਿੱਤੀ ਜਿਹੜੀ ਉਹ ਗਈ ਹੈਗੀ ਆ। ਸੋ ਇਹ ਹੁਣ ਇੱਕ ਤਾਂ ਈਰਾਨ ਦੇ ਨਾਲ ਹਰਜੋਤ ਸਿੰਘ ਜੀ ਲੜਾਈ ਚੱਲ ਰਹੀ ਆ, ਉਤੋਂ ਇਰਾਨੀਅਨ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਾਂ ਆ ਉਹਨਾਂ ਨੂੰ ਹਟਾਇਆ ਜਾ ਰਿਹਾ ਵੀ ਤਾਂ ਜੋ ਦੁਨੀਆ ਭਰ ਦੇ ਵਿੱਚ ਜਿਹੜੇ ਟੈਂਕਰ ਆ ਤੇ ਤੇਲ ਆ ਉਹ ਜਾ ਸਕਣ। F-35 ਹਰਜੋਤ ਸਿੰਘ ਜੀ ਐਮਰਜੈਂਸੀ ਲੈਂਡਿੰਗ ਕੀਤੀ ਆ ਉਸਨੇ, ਉਹ ਡਿੱਗਿਆ ਨਹੀਂ, ਪਰ ਇਹ ਆ ਵੀ ਹਾਂ ਉਸ ਤੇ ਕੁਝ ਐਨਮੀ ਫਾਇਰ ਜਿਹੜਾ ਉਹ ਜ਼ਰੂਰ ਲੱਗਾ ਜਿਹੜਾ ਉਹ ਮੰਨਿਆ ਜਾਂਦਾ ਹੈਗਾ। ਤੇ ਕਹਿੰਦੇ ਵੀ ਉਸ ਦੌਰਾਨ ਐਨਮੀ ਫਾਇਰ ਲੱਗਾ ਆ ਜਦ ਇਹ ਇਰਾਨੀਅਨ 에ਅਰ ਸਪੇਸ ਦੇ ਉੱਤੋਂ ਦੀ ਗੁਜ਼ਰ ਰਿਹਾ ਸੀਗਾ। ਮੋਸਟ ਪ੍ਰੋਬਬਲੀ ਇਹ ਕੁਛ ਨਾ ਕੋਈ 에ਅਰ ਸਟ੍ਰਾਈਕਸ ਦੇ ਲਈ ਈਰਾਨ ਦੇ ਵਿੱਚ ਗਿਆ ਜਿਹੜਾ ਉਹ ਹੋਇਆ ਸੀ। ਉਧਰ ਜੋ ਕੈਂਟ ਜਿਹੜਾ ਸੀਨੀਅਰ ਇੰਟੈਲੀਜੈਂਸ ਅਧਿਕਾਰੀ ਹੈ ਸਾਬਕਾ, ਜਿਸਨੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਈਰਾਨ ਵਾਰ ਦੇ ਉਲਟ ਰਿਜ਼ਾਈਨ ਜਿਹੜਾ ਉਹ ਕਰ ਦਿੱਤਾ ਸੀਗਾ, ਇਹ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਹੁਣ FBI ਦੇ ਵੱਲੋਂ ਉਹ ਅੰਡਰ ਇਨਵੈਸਟੀਗੇਸ਼ਨ ਆ ਵੀ ਕਲਾਸੀਫਾਈਡ ਇਨਫੋਰਮੇਸ਼ਨ ਉਸ ਦੇ ਦੁਆਰਾ ਲੀਕ ਜਿਹੜੀ ਉਹ ਕੀਤੀ ਗਈ ਆ, ਉਸ ਨੂੰ ਬਾਹਰ ਜਿਹੜਾ ਉਹ ਛੱਡਿਆ ਜਿਹੜਾ ਹੋ ਗਿਆ ਉਸ ਦੇ ਦੁਆਰਾ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਕੀ ਜਿਹੜਾ ਉਹ ਹੋਰ ਬਣਦਾ ਆ, ਪਰ ਸਿਚੁਏਸ਼ਨ ਮਿਡਲ ਈਸਟ ਦੀ ਅਜੇ ਹਾਲ ਦੀ ਘੜੀ ਸੁਲਝਦੀ ਨਜ਼ਰ ਨਹੀਂ ਆ ਰਹੀ ਹੈਗੀ। 7 US ਦੇ ਜੋ ਅਲਾਈਜ਼ ਆ ਉਹਨਾਂ ਨੇ ਕਿਹਾ ਵੀ ਅਸੀਂ ਹਾਰਮੋਜ਼ ਦੀ ਕੋਲੀਸ਼ਨ ਦੇ ਲਈ ਅਸੀਂ ਤੁਹਾਡਾ ਜਿਹੜਾ ਸਾਥ ਦੇਣ ਜਾ ਰਹੇ ਹੈਗੇ ਆ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੇ ਨੇਵਲ ਵੈਸਲਸ ਵਗੈਰਾ ਭੇਜਾਂਗੇ, ਪਰ ਇੱਕ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਇਹ ਕਹਿ ਦਿੱਤਾ ਆ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ। ਕਹਿੰਦੇ ਵੀ ਐਜ਼ ਲੌਂਗ ਐਜ਼ ਇਰਾਨੀਅਨ ਬਲੋਕੇਡ ਜੋ ਗੋਲਫ ਆਇਲ ਨੂੰ ਰੋਕਦਾ ਆ ਤੇ ਉਦੋਂ ਤੱਕ ਐਂਡ ਨਹੀਂ ਹੋ ਸਕਦੀ ਜੰਗ, ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਆ। ਤੇ ਵਾਈਟ ਹਾਊਸ ਨੇ ਇਹ ਕਿਹਾ ਵੀ ਅਸੀਂ ਮਿਲਟਰੀਲੀ ਵੀ ਤੇ ਡਿਪਲੋਮੈਟਿਕ ਮੀਨਸ ਦੇ ਰਾਹੀਂ ਵੀ ਹਾਰਮੋਜ਼ ਕ੍ਰਾਈਸਿਸ ਨੂੰ ਫਿਕਸ ਕਰਨ ਦੇ ਲਈ ਵਰਕਆਊਟ ਕਰ ਰਹੇ ਹੈਗੇ ਆ। US ਦੀ ਮਿਲਟਰੀ ਜਿਹੜੀ ਆ ਇਰਾਨੀਅਨ ਐਂਟੀ ਸ਼ਿਪ ਪੋਜੀਸ਼ਨਸ ਨੂੰ ਬਾਰ-ਬਾਰ ਸਟ੍ਰਾਈਕ ਕਰ ਰਹੀ ਹੈਗੀ ਆ, ਖਾਸ ਕਰਕੇ ਜਿਹੜੇ ਸਟੇਟ ਆਫ ਹਾਰਮੋਜ਼ ਦੇ ਕਿਨਾਰੇ ਹੈਗੇ, ਸ਼ੋਰਸ ਹੈਗੇ, ਉਹਨਾਂ ਦੇ ਉੱਤੇ ਵੀ। ਵਾਈਟ ਹਾਊਸ ਤੇ ਸਟੇਟ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਕੁਝ ਮੁਲਕਾਂ ਦੀ ਜਿਹੜੀ ਕੋਲੀਸ਼ਨ ਆ ਉਹ ਬਣਾਉਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ। UK ਵੀ ਪਿਛਲੇ ਕੁਝ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਵੈਸਟਰਨ ਕੰਟਰੀਜ਼ ਨੂੰ ਇਕੱਠੇ ਹੋ ਕੇ ਤਾਂ ਕਿ ਜਿਹੜੀ ਲੜਾਈ ਆ ਰੋਕੀ ਜਾ ਸਕੇ। ਨਾਟੋ ਦੇ ਸੈਕਟਰੀ ਜਨਰਲ ਮਾਰਕ ਰੂਟੇ ਉਹਨਾਂ ਦੀ ਵੀ ਇਸ ਦੇ ਵਿੱਚ ਐਫਰਟ ਆ। ਜਰਮਨ ਦੇ ਚਾਂਸਲਰ ਮਰਜ਼ ਉਹ ਵੀ ਇਹਦੇ ਵਿੱਚ ਇਨਵੋਲਵ ਹੋ ਰਿਹਾ ਆ। ਤੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਉਹ ਕਹਿੰਦੇ ਵੀ ਕੋਲੀਸ਼ਨ ਤਾਂ ਨਹੀਂ ਬਣਾਉਣੀ ਚਾਹੀਦੀ, ਪਰ ਸਾਨੂੰ ਕੋਈ ਨਾ ਕੋਈ ਐਗਰੀਮੈਂਟ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਉੱਥੋਂ ਜਿਹੜਾ ਤੇਲ ਆ ਨਿਕਲ ਸਕੇ। ਨਹੀਂ ਤਾਂ ਦੁਨੀਆ ਦੇ ਵਿੱਚ ਜੇ $200 ਤੱਕ ਜਿਹੜਾ ਚੱਲ ਜਾਂਦਾ ਬੈਰਲ ਦੀ ਪ੍ਰਾਈਸ, ਤਾਂ ਬਹੁਤ ਬੁਰਾ ਹਾਲ ਹੋਊਗਾ, ਲੋਕਾਂ ਦੀ ਇਕਨੋਮੀ ਜਿਹੜੀ ਆ ਇੱਕਦਮ ਕ੍ਰੈਸ਼ ਕਰੂਗੀ। ਰੂਟੇ ਦੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਉਹ ਮੈਕਰੋਨ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਜਾਪਾਨ ਵੀ ਕੋਸ਼ਿਸ਼ ਕਰ ਰਿਹਾ। ਅੱਜ ਜਾਪਾਨ ਦੀ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਮਿਲੀ ਹੈਗੀ ਆ, ਸਨੇ ਤਕੇਚੀ। ਉੱਥੇ ਵੀ ਟਰੰਪ ਉਹਨਾਂ ਨੇ ਉੱਦਾਂ ਦੀ ਜਿਹੜੀ ਗੱਲ ਕੀਤੀ ਹੈਗੀ ਆ। ਉਹ ਕਹਿੰਦੇ ਵੀ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਆ, ਪੱਤਰਕਾਰ ਨੇ ਪੁੱਛਿਆ ਵੀ ਜਾਪਾਨ ਸਾਥ ਦੇਵੇ, ਤੇ ਦੂਜਾ ਜਦੋਂ ਤੁਸੀਂ ਜਾਪਾਨ ਨੂੰ ਦੱਸਿਆ ਵੀ ਨਹੀਂ ਜਦੋਂ ਤੁਸੀਂ ਅਟੈਕ ਕੀਤਾ ਇਰਾਨ ਤੇ। ਉਹ ਕਹਿੰਦੇ ਵੀ ਸਾਡਾ ਬਹੁਤ ਸੀਕ੍ਰੇਟ ਮਿਸ਼ਨ ਸੀ, ਇਹ ਉਸੇ ਤਰ੍ਹਾਂ ਸੀ ਜਿਸੇ ਤਰ੍ਹਾਂ ਜਾਪਾਨ ਨੇ ਜਿਹੜਾ ਆ ਪਰਲ ਹਾਰਬਰ ਦੇ ਵਿੱਚ ਅਟੈਕ ਕੀਤਾ ਸੀ। ਸੋ ਜਾਪਾਨ ਦੀ ਪ੍ਰਾਈਮ ਮਿਨਿਸਟਰ ਉਹ ਆਲਾ ਦੁਆਲਾ ਦੇਖਦੀ ਰਹੀ ਇਸ ਗੱਲ ਦੇ ਉੱਤੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਜਿੱਦਾਂ ਆਪਾਂ ਦੇਖਿਆ ਸੀ ਨਾ, ਉੱਤਰ ਪ੍ਰਦੇਸ਼ ਦੀ ਜਿਹੜੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਜਿਉਂਦੇ ਜੀ ਆਪਣੇ ਸਟੈਚੂ, ਉਹ ਸਾਰੀਆਂ ਚੀਜ਼ਾਂ ਹਰ ਥਾਂ ਦੇ ਉੱਤੇ, ਤੇ ਜਿੱਦਾਂ ਆਪਾਂ ਵੈਸੇ ਵੀ ਉਸ ਜਿਸ ਮੁਲਕ ਤੋਂ ਆਏ ਵੀ ਹਰ ਥਾਂ ਤੇ ਉਹ ਆਪਣੀ ਤਸਵੀਰ ਤੇ ਉਹ ਸਾਰਾ ਕੁਛ, ਟਰੰਪ ਹੁਣੇ ਵੀ ਉਸੇ ਰਾਹ ਦੇ ਉੱਤੇ ਤੁਰੇ ਆ।
ਫੈਡਰਲ ਆਰਟ ਕਮਿਸ਼ਨ ਨੇ ਅੱਜ ਵੋਟ ਕਰਕੇ ਅਪਰੂਵ ਕਰ ਦਿੱਤਾ ਵੀ ਟਰੰਪ ਹੁਣਾਂ ਦੇ ਜਿਉਂਦੇ ਜੀ ਹੀ ਉਹਨਾਂ ਦੇ ਰਾਸ਼ਟਰਪਤੀ ਹੁੰਦਿਆਂ ਹੋਇਆਂ ਹੀ ਇੱਕ ਗੋਲਡ ਕੋਇਨ ਜਿਹੜਾ ਉਹ ਬਣਾਇਆ ਜਾਊਗਾ ਟਰੰਪ ਹੁਣਾਂ ਦੀ ਜਿਹੜੀ ਤਸਵੀਰ ਦੇ ਜਿਹੜਾ ਉਹ ਨਾਲ ਕਹਿੰਦੇ ਵੀ ਇਹ ਜਿਹੜਾ ਪੈਨਲ ਆ ਜਿਸ ਨੇ ਆਰਟ ਕਮਿਸ਼ਨ ਜਿਸ ਦੇ ਵਿੱਚ ਹੈਗਾ ਆ ਉਸ ਨੂੰ ਟਰੰਪ ਹੁਣਾਂ ਨੇ ਖੁਦ ਪਿਕ ਕੀਤਾ ਤੇ ਹੁਣ ਉਹਨਾਂ ਨੂੰ ਹੀ ਜਿਹੜੀ ਆ ਉਹਨਾਂ ਦੀ ਤਸਵੀਰ ਦੀ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਆ। ਇਸ ਪ੍ਰਪੋਜ਼ਲ ਦੇ ਤਹਿਤ 24 ਕੈਰਟ ਗੋਲਡ ਕੋਇਨ ਜਿਸ ਦੇ ਵਿੱਚ ਟਰੰਪ ਲੀਨ ਕਰਦਾ ਹੋਇਆ ਡੈਸਕ ਦੇ ਉੱਤੇ ਜਿਸ ਦੇ ਵਿੱਚ ਮੁੱਠੀਆਂ ਬੰਦ ਆ ਘਸੁੰਨ ਜਿਹੜਾ ਇੱਕ ਹਿਸਾਬ ਦੇ ਨਾਲ ਉਹਦੇ ਉੱਤੇ ਡੈਸਕ ਦੇ ਉੱਤੇ ਰੱਖਿਆ ਆ ਵੀ ਉਹ ਵਾਲੀ ਜਿਹੜੀ ਤਸਵੀਰ ਆ ਉਹ ਜਿਹੜੀ ਇਸ ਦੇ ਵਿੱਚ ਲਾਈ ਜਾਊਗੀ ਤੇ ਕਹਿੰਦੇ ਵੀ ਜਿਹੜੀ ਆਲਰੇਡੀ ਡਿਸਪਲੇ ਕੀਤੀ ਹੋਈ ਆ ਸਮਿਥਸੋਨੀਅਨ ਨੈਸ਼ਨਲ ਪੋਰਟਰੇਟ ਗੈਲਰੀ ਦੇ ਜਿਹੜੇ ਵਿੱਚ। ਸੋ ਯੂਐਸ ਦਾ ਮਿੰਟ ਟਿਪੀਕਲੀ ਸੈੱਲ ਕਰਦਾ ਹੈ ਕਈ $1000 ਦਾ ਇਹ ਜਿਹੜਾ ਕੋਇਨ ਤੇ ਕਹਿੰਦੇ ਵੀ ਟਰੰਪ ਹੁਣਾਂ ਨੇ ਪਰਸਨਲੀ ਆਪਣੇ ਇਸ ਡਿਜ਼ਾਈਨ ਨੂੰ ਅਪਰੂਵ ਕੀਤਾ ਆ। ਜ਼ਿਆਦਾਤਰ ਤਾਂ ਇਹਦੇ ਵਿੱਚ ਆਪਾਂ ਇਹ ਦੇਖਦੇ ਹੁੰਦੇ ਆ ਵੀ ਜਾਂ ਅਹੁਦੇ ਤੋਂ ਬਾਹਰ ਹੋਣ ਤੋਂ ਬਾਅਦ ਜਾਂ ਮਰਨ ਉਪਰੰਤ ਜ਼ਿਆਦਾਤਰ ਇਦਾਂ ਦੇ ਜਿਹੜੀਆਂ ਸ਼ਖਸੀਅਤਾਂ ਆ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਨੂੰ ਯਾਦ ਕਰਦੇ ਹੋਏ ਇਦਾਂ ਦੇ ਕੋਇਨ ਜਿਹੜੇ ਆ ਉਹ ਐਲਾਨੇ ਜਾਂਦੇ ਆ। ਪਰ ਟਰੰਪ ਹੁਣਾਂ ਨੇ ਕਿਹਾ ਵੀ ਆਪਣੇ ਹੁੰਦੇ ਹੋਏ ਕਾਰਜਕਾਲ ਦੇ ਦੌਰਾਨ ਹੀ ਸਾਰਾ ਕੁਝ ਬਣਾ ਕੇ ਜਿਹੜਾ ਉਹ ਚੱਲੀਏ ਬਾਅਦ ਚ ਪਤਾ ਨਹੀਂ ਕਿਸੇ ਨੇ ਕਿੱਦਾਂ ਯਾਦ ਜਿਹੜਾ ਇਹਨਾਂ ਨੂੰ ਕਰਨਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਲੋਕ ਟਰੈਵਲ ਕਰ ਰਹੇ ਬੜੇ ਧਿਆਨ ਨਾਲ ਸੁਣਿਓ। ਅਮਰੀਕਾ ਦੇ ਵਿੱਚ ਕਿਉਂਕਿ ਜੋ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਦੀ ਫੰਡਿੰਗ ਜਿਹੜੀ ਬੰਦ ਹੋਈ ਆ ਇਹਦੇ ਕਰਕੇ ਜਿਹੜੇ ਉਹ EMPLOYEE ਆ ਮੈਜੋਰਿਟੀ 'ਚ ਉਹ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਖਾਸ ਕਰਕੇ ਜਿਹੜੇ TSA ਆ ਏਅਰਪੋਰਟਸ ਦੇ ਉੱਤੇ ਕੰਮ ਕਰਦੇ ਹੈਗੇ ਆ। ਅੱਜ 3 ਏਅਰਪੋਰਟਸ ਦੇ ਉੱਤੇ ਜੋ TSA ਦੇ ਆਫੀਸਰਸ ਆ ਉਹਨਾਂ ਨੇ ਕੰਮ ਤੇ ਨਹੀਂ ਗਏ ਹੈਗੇ। 40% TSA ਆਫੀਸਰਸ ਨੇ ਕਾਲਡ ਆਊਟ ਆਫ ਵਰਕ ਕੀਤਾ ਹੈਗਾ ਹੂਸਟਨ ਦੇ ਵਿੱਚ। ਸੌਰੀ ਅੱਜ ਨਹੀਂ ਟਿਊਜ਼ਡੇ ਕੀਤਾ ਸੀ ਇਹ ਤੇ ਜਿਹਦਾ ਅਸਰ ਬੁੱਧਵਾਰ ਤੇ ਅੱਜ ਤੱਕ ਵੀ ਚੱਲ ਰਿਹਾ ਹੈਗਾ। ਕਹਿੰਦੇ ਵੀ 3 ਮੇਜਰ ਏਅਰਪੋਰਟ USA ਜਿਨ੍ਹਾਂ ਦੇ ਉੱਤੇ ਇਹਦਾ ਜਿਹੜਾ ਅਸਰ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਹੂਸਟਨ ਦਾ ਵਿਲੀਅਮ ਪੀ ਹੌਬੀ ਏਅਰਪੋਰਟ ਜਿੱਥੇ 40.8% TSA ਵਰਕਰਸ ਨੇ ਕਿਹਾ ਵੀ ਅਸੀਂ ਕੰਮ ਤੇ ਨਹੀਂ ਆਉਣਾ ਤੇ ਲੂਇਸ ਆਰਮਸਟਰੋਂਗ ਨਿਊ ਆਰਲੀਨਸ ਇੰਟਰਨੈਸ਼ਨਲ ਏਅਰਪੋਰਟ ਤੇ 36% ਵਰਕਰਸ ਨੇ ਕਿਹਾ ਵੀ ਅਸੀਂ ਕੰਮ ਤੇ ਨਹੀਂ ਆ ਰਹੇ। 34% ਨੇ ਹਾਰਟਸਫੀਲਡ ਜੈਕਸਨ ਐਟਲਾਂਟਾ ਇੰਟਰਨੈਸ਼ਨਲ ਏਅਰਪੋਰਟ ਜੋ ਆ ਉੱਥੇ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਜਾ ਰਹੇ ਹੈਗੇ। ਓਵਰਆਲ USA ਦੇ ਵਿੱਚ 9.88% ਜਾਣੀ ਕਿ 10% ਆਫੀਸਰਸ ਨੇ ਟਿਊਜ਼ਡੇ ਨੂੰ ਜਿਹੜਾ ਆਫ ਕਾਲ ਕੀਤਾ ਤੇ 10.16% ਵੈਡਨਸਡੇ ਨੂੰ, ਜਿਹਦੇ ਕਰਕੇ ਜਿਹੜਾ ਫਲਾਈਟਸ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਕਿਉਂਕਿ ਚੈੱਕ ਕਰਨ ਦੇ ਲਈ ਲਾਈਨਾਂ ਬਹੁਤ ਲੰਮੀਆਂ ਲੱਗ ਰਹੀਆਂ ਹੈਗੀਆਂ। 2-2 3-3 ਘੰਟੇ ਲੋਕਾਂ ਨੂੰ ਜਿਹੜਾ ਵੇਟ ਕਰਨਾ ਪੈ ਰਿਹਾ ਹੈਗਾ। ਸੋ ਇੱਕ ਤਰ੍ਹਾਂ ਨਾਲ TSA ਦੇ EMPLOYEES ਪ੍ਰੈਸ਼ਰ ਵੀ ਬਣਾ ਰਹੇ ਹੈਗੇ ਆ ਕਾਂਗਰਸ ਦੇ ਉੱਤੇ ਵੀ ਜਿਹੜਾ ਬਿੱਲ ਆ ਫੰਡਿੰਗ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਦਿੱਤੀ ਜਾਵੇ। ਪਰ ਦੂਸਰੇ ਪਾਸੇ ਜਿਹੜੀ ਕਾਂਗਰਸ ਆ ਖਾਸ ਕਰਕੇ ਜਿਹੜੇ ਡੈਮੋਕ੍ਰੇਟਸ ਆ ਉਹ ਇਮੀਗ੍ਰੇਸ਼ਨ ਦੇ ਇਸ਼ੂ ਨੂੰ ਲੈ ਕੇ ਜੋ ਕੁਝ ਪਿਛਲੇ ਸਮੇਂ 'ਚ ਵਾਪਰਿਆ ਉਹ ਫੰਡਿੰਗ ਨਹੀਂ ਦੇ ਰਹੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਇਹ ਰਿਪੋਰਟਿੰਗ ਹੋ ਰਹੀ ਆ ਵੀ ਜਿਹੜੀ ਮਰੀਨ ਯੂਨਿਟਸ ਦੀ ਡਿਪਲੋਇਮੈਂਟ ਆ ਉਸ ਨੂੰ ਤੇਜ਼ੀ ਦੇ ਨਾਲ ਮਿਡਲ ਈਸਟ ਦੇ ਵੱਲ ਨੂੰ ਵਧਾਉਣ ਦੀ ਜਿਹੜੀ ਆ ਉਹ ਕਾਰਵਾਈ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਲੱਗਾ ਹੋਇਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਸਾਹਮਣੇ ਆਈ ਹੈਗੀ ਆ। ਆਲਰੇਡੀ ਕਈ ਮਿਲਟਰੀ ਤੋਂ ਅਜਿਹੇ ਜਿਹੜੇ ਇਸ਼ਾਰੇ ਆ ਉਹ ਨਜ਼ਰ ਆ ਰਹੇ ਆ ਵੀ ਸ਼ਾਇਦ ਗਰਾਊਂਡ ਟਰੂਪਸ ਨੂੰ ਉੱਥੇ ਘੱਲਿਆ ਜਾ ਸਕਦਾ ਹੈਗਾ ਆ। ਬਹੁਤੇ ਲੋਕ ਇਸ ਦੇ ਹੱਕ ਦੇ ਵਿੱਚ ਨਹੀਂ, ਮੈਜੋਰਟੀ ਅਮਰੀਕਨਸ ਇਸ ਦੇ ਹੱਕ ਦੇ ਵਿੱਚ ਨਹੀਂ ਹੈਗੇ, ਪਰ ਹੁਣ ਇਦਾਂ ਦੀ ਖਬਰ ਜਿਹੜੀ ਉਹ ਆ ਰਹੀ ਆ। ਉਧਰ ਇਰਾਨ ਵਾਰ ਦੇ ਵਿੱਚ ਮਾਰੇ ਗਏ ਜਿਹੜੇ ਸਰਵਿਸ ਮੈਂਬਰਸ ਆ ਉਹਨਾਂ ਦੇ ਬਾਬਤ ਪੀਟ ਹੈਗਸੈਥ ਨੇ ਇਹ ਬਿਆਨ ਦਿੱਤਾ ਸੀ। ਕਹਿੰਦੇ ਵੀ ਫੈਮਿਲੀ ਆਫਟਰ ਫੈਮਿਲੀ ਜਿਹੜੇ ਸਰਵਿਸ ਮੈਂਬਰਸ ਮਾਰੇ ਗਏ ਆ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਸੀਗਾ ਵੀ ਨਾਟ ਸਟਾਪ ਅੰਟਿਲ ਦਾ ਜੌਬ ਇਜ਼ ਡਨ। ਪਰ ਇਸੇ ਤਰੀਕੇ ਦੇ ਨਾਲ ਮਾਰੇ ਗਏ ਇੱਕ ਸਰਵਿਸ ਮੈਂਬਰ ਦਾ ਪਿਓ ਹੁਣ ਮੋਹਰੇ ਆ ਗਿਆ ਜਿਸ ਦੇ ਵਿੱਚ ਉਹ ਕਹਿ ਰਹੇ ਵੀ ਪੀਟ ਹੈਗਸੈਥ ਨੂੰ ਉਹ ਪ੍ਰਾਈਵੇਟਲੀ ਮਿਲੇ ਆ ਤੇ ਪਰ ਕਹਿੰਦੇ ਮੈਂ ਇਦਾਂ ਦੀ ਕੋਈ ਗੱਲ ਹੀ ਨਹੀਂ ਕਹੀ ਵੀ ਜੌਬ ਇਜ਼ ਡਨ, ਡੂ ਨਾਟ ਸਟਾਪ ਅੰਟਿਲ ਦਾ ਜੌਬ ਇਜ਼ ਡਨ। ਇਹ ਹੈਗਸੈਥ ਨੇ ਆਪਣੇ ਕੋਲੋਂ ਜਿਹੜਾ ਉਹ ਬਿਆਨ ਜਿਹੜਾ ਉਹ ਦਿੱਤਾ ਸੀਗਾ। ਸੋ ਉਹਨਾਂ ਨੇ ਕਿਹਾ ਵੀ ਨੈਵਰ ਟੋਲਡ ਪੀਟ ਹੈਗਸੈਥ ਟੂ ਫਿਨਿਸ਼ ਦਾ ਜੌਬ। ਸੋ ਹੁਣ ਇਸ ਚੀਜ਼ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਅਮਰੀਕੀ ਫੌਜੀ ਮਾਰੇ ਗਏ ਆ ਉਹਨਾਂ ਦੇ ਮਰਨ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਆ ਪੀਟ ਹੈਗਸੈਥ ਦੇ ਦੁਆਰਾ, ਇਸ ਨੂੰ ਲੈ ਕੇ ਵੀ ਹੁਣ ਨਵੀਂ ਚਰਚਾ ਜਿਹੜੀ ਉਹ
ਛਿੜ ਚੁੱਕੀ ਹੈਗੀ ਆ। ਉਧਰ ਨੇਤਨਯਾਹੂ ਨੇ ਇਦਾਂ ਦਾ ਵੀ ਹਰਜੋਤ ਸਿੰਘ ਜੀ ਅੱਜ ਬਿਆਨ ਫੇਰ ਦਿੱਤਾ, ਉੱਦਾਂ ਜਿੱਦਾਂ ਤੁਹਾਨੂੰ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਹੁਣ ਉਹ ਮਿਜ਼ਾਈਲਾਂ ਦਾ ਇਨਰਿਚਮੈਂਟ ਤਾਂ ਨਹੀਂ ਕਰ ਸਕਦੇ, ਪਰ ਕਹਿੰਦੇ ਵੀ ਸਾਡੇ ਕੋਲ ਕੋਈ ਸਕੈਜੂਲਡ ਐਂਡ ਆਫ ਵਾਰ ਨਹੀਂ ਹੈਗਾ ਵੀ ਕਦੋਂ ਜਿਹੜੀ ਇਹ ਜੰਗ ਜਿਹੜੀ ਆ ਉਹ ਖਤਮ ਹੋ ਜਾਵੇਗੀ। ਉੱਦਾਂ ਆਪਾਂ ਦੇਖ ਰਹੇ ਹਾਂ ਅਮਰੀਕਾ ਦੇ ਵਿੱਚ ਮਾਈਨਰ ਇਨਕਰਜਨ ਤੋਂ ਲੈ ਕੇ ਕੌਨਫਲਿਕਟ ਤੋਂ ਲੈ ਕੇ ਵਾਰ ਜਿਹੜਾ ਇਸ ਨੂੰ ਹੁਣ ਮੰਨ ਲਿਆ ਗਿਆ ਆ, ਪਰ ਮੁੱਦੇ ਦੀ ਗੱਲ ਵਿੱਚ ਇਹ ਰਹਿ ਗਈ ਵੀ ਕਾਂਗਰਸ ਤੋਂ ਇਸ ਤੇ ਅਪਰੂਵਲ ਲਏ ਬਗੈਰ ਹੀ ਅਮਰੀਕਾ ਨੂੰ ਜੰਗ ਦੇ ਵਿੱਚ ਜਿਹੜੇ ਮੌਜੂਦਾ ਪ੍ਰਸ਼ਾਸਨ ਨੇ ਲੈ ਗਏ ਹੈਗੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਵੱਡੇ ਰਿਜ਼ਰਵਾਇਰਸ ਹੈਗੇ ਆ ਜਿੱਥੇ ਪਾਣੀ ਹੈਗਾ, ਉਹ ਕਹਿੰਦੇ ਵੀ ਕਈ ਐਮਪਟੀ ਵੀ ਹੋ ਗਏ ਆ ਕਿਉਂਕਿ 90 ਡਿਗਰੀ ਹੀਟ ਦੇ ਨਾਲ ਜਿਹੜੀ ਸਨੋ ਆ ਉਹ ਬਹੁਤ ਜ਼ਿਆਦਾ ਸਿਆਰਾਸ ਦੇ ਵਿੱਚ ਪਿਘਲੀ ਹੈਗੀ ਆ। ਜੇ ਕਹਿੰਦੇ ਟੈਂਪਰੇਚਰ ਨੂੰ ਦੇਖਦੇ ਜਾਈਏ 1850 ਤੱਕ ਜੇ ਗੋ ਬੈਕ ਕਰੋ ਤੇ ਹਾਈਐਸਟ ਟੈਂਪਰੇਚਰ ਵਿੰਟਰ ਦਾ ਲਾਸਟ ਡੇ ਆ ਤੇ ਉਸ ਟਾਈਮ ਦੇ ਉੱਤੇ ਰਿਕਾਰਡ ਕੀਤਾ ਗਿਆ ਹੈਗਾ ਆ। 86 ਡਿਗਰੀ ਮੰਟੀਕਾ ਰਿਪਨ ਲੈਥਰੋਪ ਸੈਂਟਰਲ ਵੈਲੀ ਦੇ ਵਿੱਚ ਇਹ ਜਿਹੜਾ ਟੈਂਪਰੇਚਰ ਆ ਰਿਕਾਰਡ ਕੀਤਾ ਗਿਆ ਹੈਗਾ ਆ। ਸੋ ਅਕਤੂਬਰ 1 ਤੱਕ ਤੋਂ ਲੈ ਕੇ ਮਾਰਚ 16 ਤਾਈਂ 103% ਜਿਹੜੀ ਆ ਉਹ ਪਾਣੀ ਦੀ ਜਿਹੜੀ ਪ੍ਰੈਸੀਪੀਟੇਸ਼ਨ ਸੀਗੀ ਸਟੇਟ ਵਾਈਡ, ਜੋ ਕਿ ਹੁਣ ਬੜੀ ਤੇਜ਼ੀ ਦੇ ਨਾਲ ਘਟੀ ਹੈਗੀ ਆ। ਸਿਆਰਾ ਸਨੋਪੈਕ 30% ਕੈਲੀਫੋਰਨੀਆ ਦਾ ਵਾਟਰ ਸਪਲਾਈ ਕਰਦਾ ਹੈਗਾ ਤੇ ਸਨੋ ਪੀਕ ਦੀ ਰੀਡਿੰਗ ਟਿਪੀਕਲੀ ਹਾਈ ਹੁੰਦੀ ਹੈ ਅਪ੍ਰੈਲ ਪਹਿਲੀ ਨੂੰ, ਤੇ ਹੁਣ ਕਹਿੰਦੇ ਜਿਹੜੀ ਸਿਆਰਾ ਦੀ ਸਨੋ ਪੈਕ ਆ ਉਹ 45% ਸੀਗੀ ਮਾਰਚ 1 ਨੂੰ, ਕਿਉਂਕਿ ਜੇ ਇੰਨੀ ਜ਼ਿਆਦਾ ਹੌਟ ਆ ਤੇ ਉਹ ਨੈਚੁਰਲੀ ਜਿਹੜੀ ਪਾਣੀ ਆ ਉਹ ਜਾਂ ਸਨੋ ਆ ਉਹ ਪਿਘਲੀ ਜਾਂਦਾ ਹੈਗਾ। ਸੋ ਪ੍ਰੈਸੀਪੀਟੇਸ਼ਨ ਦਾ ਬਹੁਤ ਵੱਡਾ ਜਿਹੜਾ ਅਸਰ ਆ ਪੈ ਰਿਹਾ। ਵੈਦਰ ਚੇਂਜ ਵੀ ਇਹਦੇ ਵਿੱਚ ਆਪਾਂ ਕਹਿ ਸਕਦੇ ਹੈਗੇ ਵੀ ਜਿਹੜਾ ਇੰਨੀ ਜਲਦੀ ਗਰਮੀ ਆ ਗਈ ਹੈਗੀ ਆ। ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਦੱਸਿਆ ਵੀ 2 ਫੋਰਨ ਨੈਸ਼ਨਲ ਦੇ ਨਾਲ 11 ਜਿਹੜੇ ਜਾਣੇ ਕੁੱਲ 11 ਜਾਣੇ ਯਾਨੀ ਕਿ 9 ਅਮਰੀਕਨ ਸਿਟੀਜ਼ਨ ਉਹ ਗ੍ਰਿਫਤਾਰ ਕੀਤੇ ਗਏ ਆ। ਇਹਨਾਂ ਦੇ ਉੱਤੇ ਇਹ ਦੋਸ਼ ਸੀਗਾ ਵੀ ਇਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਆਈਡੈਂਟੀਟੀਜ਼ ਆ ਉਹਨਾਂ ਨੂੰ ਚੋਰੀ ਕੀਤਾ ਤੇ ਉਹਨਾਂ ਆਈਡੈਂਟੀਟੀਜ਼ ਦੇ ਆਧਾਰ ਦੇ ਉੱਤੇ ਕਈ ਜਿਹੜੇ ਫਰਾਡ ਦੇ ਨਾਲ ਲੋਨਸ ਜਿਹੜੇ ਉਹ ਲਏ, ਜਿਹੜੇ ਕਿ ਪ੍ਰਾਪਰਟੀਜ਼ ਦੇ ਨਾਲ ਇਹਨਾਂ ਦੀਆਂ ਬੈਕ ਕੀਤੇ ਹੋਏ ਸੀਗੇ। 11 ਡਿਫੈਂਡੈਂਟ, 2 ਫੋਰਨ ਨੈਸ਼ਨਲ, ਇੱਕ ਇਰਾਨੀਅਨ ਮੂਲ ਦਾ ਤੇ ਇੱਕ ਅਜ਼ਰਬਾਈਜਾਨ ਮੂਲ ਦਾ ਇਸ ਦੇ ਵਿੱਚ ਗ੍ਰਿਫਤਾਰ ਹੋਏ ਆ। ਹਾਲੀਵੁੱਡ, ਗਲੈਨਡੇਲ, ਨਾਰਥ ਹਾਲੀਵੁੱਡ, ਥਾਊਜ਼ੈਂਡ ਓਕਸ, ਕੋਰੀਆ ਟਾਊਨ, ਨੇਪਲਸ ਫਲੋਰੀਡਾ ਦੇ ਜਿਹੜੇ ਲੋਕ ਆ ਇਹ 11 ਜਾਣੇ ਕੁੱਲ ਗ੍ਰਿਫਤਾਰ ਕੀਤੇ ਜਿਹੜੇ ਉਹ ਗਏ ਹੈਗੇ। ਕਹਿੰਦੇ ਵੀ ਮਿਲੀਅਨਸ ਆਫ ਡਾਲਰ ਲੋਕਾਂ ਦੀ ਮਿਹਨਤ ਦੀ ਜਿਹੜੀ ਕਮਾਈ ਆ, ਹਾਰਡ ਮਨੀ ਇੱਕ ਹਿਸਾਬ ਦੇ ਨਾਲ, ਉਹ ਇਹਨਾਂ ਦੇ ਨਾਮ ਦੇ ਉੱਤੇ ਪ੍ਰਾਈਵੇਟ ਲੈਂਡਰਸ ਤੋਂ ਜਿਹੜੇ ਉਹ ਲੈ ਗਏ। ਕਹਿੰਦੇ ਵੀ ਫਾਲਸਲੀ ਗਲਤ ਢੰਗ ਦੇ ਨਾਲ ਉਹ ਰਿਪਰੈਜ਼ੈਂਟ ਕਰਦੇ ਰਹੇ ਵੀ ਇਹ ਜਿਹੜੇ ਲੋਨਸ ਆ ਇਹ ਸਿਕਿਉਰ ਆ, ਇਹਨਾਂ ਹੀ ਜਿਹੜੇ ਇੱਕ ਹਿਸਾਬ ਦੇ ਨਾਲ ਲੋਕਾਂ ਦੀਆਂ ਪ੍ਰਾਪਰਟੀਜ਼ ਦੇ ਨਾਮ ਦੇ ਉੱਤੇ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਫਰਾਡ ਆ ਉਹ ਚੱਲ ਰਹੇ ਹੈਗੇ ਆ। ਫਸਟ ਅਸਿਸਟੈਂਟ US ਅਟਾਰਨੀ ਬਿਲ ਅਸਿਆਲੀ ਉਹਨਾਂ ਨੇ ਕਿਹਾ ਵੀ ਕੋਈ ਸ਼ਾਰਟੇਜ ਨਹੀਂ ਹੈਗੀ ਮੈਸਿਵ ਫਰਾਡ ਦੀ ਜੋ ਕੈਲੀਫੋਰਨੀਆ ਦੇ ਵਿੱਚ ਵਾਪਰ ਰਿਹਾ ਹੈਗਾ ਆ, ਪਰ ਕਹਿੰਦੇ ਵੀ ਇਹ ਜਿਹੜੀਆਂ ਸੋਫਿਸਟੀਕੇਟਡ ਸਕੀਮਸ ਕ੍ਰਿਮੀਨਲਸ ਦੇ ਦੁਆਰਾ ਚਲਾਈਆਂ ਜਾ ਰਹੀਆਂ ਜਿਨ੍ਹਾਂ 'ਚ ਫੋਰਨ ਨੈਸ਼ਨਲ ਵੀ ਆ, US ਸਿਟੀਜ਼ਨ ਨੂੰ ਡੀਫਰਾਡ ਕਰਨ ਦੇ ਲਈ ਟੈਕਸ ਪੇਅਰਸ ਦਾ ਜਿਹੜਾ ਮਨੀ ਆ ਉਹਨਾਂ ਦੇ ਉੱਤੇ ਨਜ਼ਰ ਰੱਖਣ ਦੇ ਲਈ ਅਸੀਂ ਜਿਹੜਾ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਕੰਮ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਕਹਿੰਦੇ ਵੀ ਇਹਨਾਂ 11 ਦੇ 11 ਜਾਣਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਇਹਨਾਂ ਚਾਰजेस ਦਾ ਸਾਹਮਣਾ ਕਰਨਾ ਪਊਗਾ। ਕੁੱਲ ਮਿਲਾ ਕੇ ਇਹਨਾਂ 11 ਜਾਣਿਆਂ ਨੇ 17.4 ਮਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਆ, ਫਰਾਡ ਆ, ਉਹ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਆ ਅੱਜ ਸਾਹਮਣੇ ਆਈ ਆ। ਸੋ ਲਾਸ ਐਂਜਲਸ ਦੇ ਵਿੱਚ ਜੋ US ਅਟਾਰਨੀ ਹੈਗੇ ਆ ਉਹਨਾਂ ਨੇ ਇਹਨਾਂ 11 ਜਾਣਿਆਂ ਬਾਰੇ ਅੱਜ ਜਾਣਕਾਰੀ ਦਿੱਤੀ। ਫ੍ਰਿਜ਼ਨੋ ਦੇ ਵਿੱਚ ਅੱਜ ਇੱਕ ਮੀਟਿੰਗ ਹੋ ਰਹੀ ਸੀ ਕਮਿਊਨਿਟੀ ਦੀ, ਜਿੱਥੇ ਕਿ ਵੱਡਾ ਅਪਾਰਟਮੈਂਟ ਜਿਹੜਾ ਕੰਪਲੈਕਸ ਬਣਨ ਜਾ ਰਿਹਾ ਹੈਗਾ, ਗੇਟਡ ਅਪਾਰਟਮੈਂਟ ਕੰਪਲੈਕਸ ਹੋਣਾ ਹੈਗਾ ਵੈਸਟ ਆਫ ਫ੍ਰਿਜ਼ਨੋ ਦੇ ਵਿੱਚ। ਤੇ ਉੱਥੇ ਕਹਿੰਦੇ ਬਾਡੀਗਾਰਡਸ ਪੁਲਿਸ ਨੂੰ ਬੁਲਾਉਣਾ ਪਿਆ ਕਿਉਂਕਿ ਕਮਿਊਨਿਟੀ ਮੈਂਬਰ ਕਾਫੀ ਔਖੇ ਆ ਵੀ ਇਹ ਇੱਥੇ ਅਪਾਰਟਮੈਂਟ ਕੰਪਲੈਕਸ ਨਹੀਂ ਬਣਨਾ ਚਾਹੀਦਾ। ਤੱਤਾ ਮਾਹੌਲ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉੱਥੇ ਬਣ ਗਿਆ ਹੈਗਾ। ਐਮਾਜ਼ੋਨ ਦਾ ਜਿਹੜਾ ਮਾਲਕ ਜੈਫ ਬੈਜ਼ੋਸ ਇਸ ਟਾਈਮ ਕਹਿੰਦੇ ਵੀ
ਮਿਡਲ ਈਸਟ ਦੇ ਦੌਰੇ ਦੇ ਉੱਤੇ ਹੈਗਾ ਆ। ਨਵਾਂ ਫੰਡ ਇਕੱਠਾ ਕਰਨ ਦੇ ਲਈ ਉੱਥੇ ਜਿਹੜੇ ਅਮੀਰ ਮੁਲਕ ਆ ਉਹਨਾਂ ਦੇ ਕੋਲੋਂ ਕਹਿੰਦੇ ਵੀ ਤਕਰੀਬਨ $100 ਬਿਲੀਅਨ ਰੇਜ਼ ਕਰ ਰਿਹਾ ਆ, ਤਾਂ ਜੋ ਉਹ ਕਈ ਮੈਨੂਫੈਕਚਰਿੰਗ ਫਰਮਸ ਆ ਉਹਨਾਂ ਨੂੰ ਖਰੀਦ ਸਕੇ ਤੇ ਉਹਨਾਂ ਨੂੰ AI ਦੇ ਨਾਲ ਜਿਹੜਾ ਉਹ ਲੈਸ ਕਰਕੇ ਉਹਨਾਂ ਨੂੰ ਜਿਹੜਾ ਉਹ ਚਲਾਵੇ। ਸੋ ਕਹਿੰਦੇ ਵੀ ਪ੍ਰੋਜੈਕਟ ਪ੍ਰੋਮੀਥੀਅਸ ਕਰਕੇ ਇਹਨਾਂ ਨੇ ਚਲਾਇਆ ਹੈਗਾ ਆ, ਜਿਸ ਦੇ ਵਿੱਚ ਆਲਰੇਡੀ $6.2 ਬਿਲੀਅਨ ਪਿਛਲੇ ਸਾਲ ਇਹਨਾਂ ਨੇ ਰੇਜ਼ ਜਿਹੜੇ ਉਹ ਕੀਤੇ ਆ। ਮੈਨੂਫੈਕਚਰਿੰਗ ਟਰਾਂਸਫੋਰਮੇਸ਼ਨ ਵਹੀਕਲ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਜਾ ਰਿਹਾ। ਕਹਿੰਦੇ ਵੀ ਇੰਡਸਟਰੀਜ਼ ਜਿੱਦਾਂ ਚਿਪ ਮੇਕਿੰਗ, ਡਿਫੈਂਸ ਤੇ ਐਰੋਸਪੇਸ ਦੇ ਕੰਪਨੀਜ਼ ਦੇ ਉੱਤੇ, ਉਹਨਾਂ ਦੇ ਮੈਨੂਫੈਕਚਰਿੰਗ ਦੇ ਉੱਤੇ ਇਹਨਾਂ ਦੀ ਨਜ਼ਰ ਜਿਹੜੀ ਉਹ ਹੈਗੀ ਆ। ਸੋ ਜਿਹੜਾ ਅਸੀਂ ਅਕਸਰ ਪ੍ਰੋਗਰਾਮਸ ਦੇ ਵਿੱਚ ਦੱਸਦੇ ਰਹਿੰਦੇ ਆ ਵੀ AI ਦੀ ਆਉਣ ਤੋਂ ਬਾਅਦ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਦੁਨੀਆ 'ਚ ਤਬਦੀਲੀਆਂ ਜਿਹੜੀਆਂ ਉਹ ਆ ਰਹੀਆਂ ਆ, ਤੇ ਮੈਨੂਫੈਕਚਰਿੰਗ ਇੱਕ ਉਹ ਇੰਡਸਟਰੀ ਜਿਹੜੀ ਹੋਊਗੀ ਜਿਹੜੀ AI ਪਲੱਸ ਰੋਬੋਟਿਕਸ ਦੇ ਨਾਲ ਸੁਮੇਲ ਦੇ ਨਾਲ ਬਹੁਤ ਜ਼ਿਆਦਾ ਜਿਹੜੀ ਉਹ ਚੇਂਜ ਹੋਊਗੀ ਤੇ ਤੇਜ਼ੀ ਦੇ ਨਾਲ। ਸੋ ਜਿਹੜਾ ਜੈਫ ਬੇਜ਼ੋਸ ਵਾਲਾ ਆ, ਥਾਂ ਦੇ ਉੱਤੇ ਜਾ ਕੇ ਬਿਲੀਅਨਸ ਆਫ ਡਾਲਰ ਰੇਜ਼ ਕਰ ਰਿਹਾ ਆ, ਤਾਂ ਜੋ ਉਹਨਾਂ ਕੰਪਨੀਆਂ ਚੋਂ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਲਾਂਭੇ ਕਰਕੇ ਸਭ ਕੁਝ AI ਤੇ ਰੋਬੋਟਿਕਸ ਦੇ ਨਾਲ ਕੀਤਾ ਜਿਹੜਾ ਉਹ ਜਾ ਸਕੇ। ਸੋ $100 ਬਿਲੀਅਨ ਇਕੱਠੇ ਕਰਨ ਦੀ ਜਿਹੜਾ ਇਸ ਦਾ ਪਲਾਨ ਹੈਗਾ ਆ, ਤੇ ਟਾਰਗੇਟ ਕਰ ਰਿਹਾ ਆ ਇਹਨਾਂ ਕੰਪਨੀਆਂ ਨੂੰ। ਅੱਜ US ਦੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਜੋ ਆ ਤੁਲਸੀ ਗਾਬਟ ਹੋਣੀ, ਉਹਨਾਂ ਦੀ ਹੀਅਰਿੰਗ ਚੱਲ ਰਹੀ ਆ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪਾਕਿਸਤਾਨ ਆ ਉਹਦੇ ਤੋਂ ਵੀ ਅਮਰੀਕਾ ਨੂੰ ਖਤਰਾ ਹੈਗਾ ਆ। ਉਹਨਾਂ ਨੇ US ਦੇ ਲਾ ਮੇਕਰਸ ਨੂੰ ਕਿਹਾ ਵੀ ਇਸਲਾਮਾਬਾਦ ਦੇ ਕੋਲ ਜਿਸ ਤਰ੍ਹਾਂ ਦੀਆਂ ਮਿਜ਼ਾਈਲਸ ਕੈਪੇਬਿਲਿਟੀਜ਼ ਹੈਗੀਆਂ ਆ, ਸੋ ਉਹ ਅਮਰੀਕਨ ਹੋਮਲੈਂਡ ਨੂੰ ਪੋਟੈਂਸ਼ੀਅਲੀ ਆਪਣੇ ਰੇਂਜ ਦੇ ਵਿੱਚ ਖਤਰੇ 'ਚ ਪਾ ਸਕਦਾ ਹੈਗਾ ਆ। ਤੇ ਇਹਦੀ ਜਿਹੜੀ ਆ ਕਾਫੀ ਤੁਲਸੀ ਗੈਬਟ ਦੀ ਵੀ ਅੱਜ ਜਿਹੜੀ ਆ ਕਾਂਗਰਸ ਦੇ ਸਾਹਮਣੇ ਜਿਹੜੀ ਹੀਅਰਿੰਗ ਚੱਲਦੀ ਸੀ, ਕਾਫੀ ਕੁਐਸਚਨਾਂ ਦੇ ਉੱਤੇ ਖਿੱਚਤ ਹੋਈ, ਖਾਸ ਕਰਕੇ ਜਦੋਂ ਉਹਨਾਂ ਦੇ ਜਿਹੜਾ ਅਸਿਸਟੈਂਟ ਸੀਗਾ ਇੱਕ ਕੈਂਟ, ਜਿਹੜੀ ਆਪਾਂ ਪਹਿਲਾਂ ਖਬਰ ਦੇ ਚੁੱਕੇ ਆ, ਉਹ ਰਿਜ਼ਾਈਨ ਕਰ ਗਏ ਹੈਗੇ ਜੀ। ਸੋ ਇਹ ਆਪਾਂ ਪਹਿਲਾਂ ਵੀ ਜਦੋਂ ਆਪਾਂ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਅਵਤਾਰ ਸਿੰਘ ਜੀ ਨਾਲ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਸੀ ਵੀ ਇਰਾਨ ਤੋਂ ਬਾਅਦ ਅਗਲੀ ਵਾਰੀ ਪਾਕਿਸਤਾਨ ਦੀ ਜਿਹੜੀ ਉਹ ਹੋ ਸਕਦੀ ਆ। ਉਹ ਤਾਂ ਪਾਕਿਸਤਾਨ ਨੂੰ ਬੜਾ ਕਲੋਜ਼ ਆਪਣੇ ਨਜ਼ਦੀਕ ਰੱਖ ਰਹੇ ਆ, ਬੜੀਆਂ ਤਾਰੀਫਾਂ ਉਹਨਾਂ ਦੀਆਂ ਜਿਹੜੀਆਂ ਟਰੰਪ ਹੋਣਾ ਦੇ ਦੁਆਰਾ ਵੀ ਕੀਤੀਆਂ ਜਿਹੜੀਆਂ ਜਾ ਰਹੀਆਂ ਆ। ਸੋ ਇਸ ਬਿਆਨ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਅਗਲੀ ਵਾਰੀ ਵਾਕਿਆ ਹੀ ਪਾਕਿਸਤਾਨ ਦੀ ਹੋ ਸਕਦੀ ਹੈ। ਇਜ਼ਰਾਈਲ ਬਿਲਕੁਲ ਵੀ ਨਹੀਂ ਚਾਹੁੰਦਾ ਵੀ ਕਿਸੇ ਵੀ ਜਿਹੜੇ ਮੁਸਲਿਮ ਮੈਜੋਰਟੀ ਮੁਲਕ ਦੇ ਕੋਲ ਕੋਈ ਵੀ ਜਿਹੜੀ ਨਿਊਕਲੀਅਰ ਜਿਹੜੀ ਆ ਉਹ ਹਥਿਆਰ ਜਿਹੜਾ ਹੋਵੇ। ਤਾਂ ਓਵਰਆਲ ਦੁਨੀਆ ਦੇ ਵਿੱਚ ਹੁਣ ਇਕੱਲਾ ਪਾਕਿਸਤਾਨ ਹੀ ਇੱਕ ਹਿਸਾਬ ਦੇ ਨਾਲ ਮੁਸਲਿਮ ਵਾਲਾ ਮੁਲਕ ਆ ਜਿਨ੍ਹਾਂ ਦੇ ਕੋਲ ਨਿਊਕਲੀਅਰ ਬੰਬ ਹੈ ਜਿਹੜੇ ਉਹ ਹੈਗੇ ਆ। ਸੋ ਉਹ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਉਹ ਖੋਣਾ ਜਿਹੜਾ ਉਹ ਚਾਹੁੰਦੇ ਆ। ਸੋ ਤੁਲਸੀ ਗਾਬਟ ਦੇ ਜਿਹੜੇ ਬਿਆਨ ਕਾਫੀ ਮੈਨੂੰ ਲੱਗਦਾ ਵੀ ਚਰਚਾ ਦਾ ਵਿਸ਼ਾ ਜਿਹੜਾ ਉੱਥੇ ਵੀ ਜਿਹੜਾ ਉਹ ਬਣੇਗਾ, ਤੇ ਕਿਤੇ ਨਾ ਕਿਤੇ ਨਵੀਂ ਜਿਹੜੀ ਕਹਿ ਸਕਦੇ ਵੀ ਦਿਸ਼ਾ ਦੇ ਬਾਰੇ ਵੀ ਇਹ ਜਾਣਕਾਰੀ ਆਪਾਂ ਨੂੰ ਦਿੰਦਾ ਹੈਗਾ ਆ। ਜਾਂਦੇ ਹਰਜੋਤ ਸਿੰਘ ਜੀ ਮਾਰਕੀਟਸ ਦੇ ਬਾਰੇ ਗੱਲ ਕਰਦੇ ਜਾਈਏ। ਡਾਊ ਜੋਨ 204 ਪੁਆਇੰਟ ਅੱਜ ਫਿਰ ਘਟਿਆ, 46,021 ਤੇ ਬੰਦ ਹੋਇਆ। S&P 18 ਪੁਆਇੰਟ ਘਟ ਕੇ 6606 ਦੇ ਉੱਤੇ। ਨੈਸਡੈਕ 62 ਪੁਆਇੰਟ ਘਟ ਕੇ 22,091 ਦੇ ਉੱਤੇ। ਸੋਨੇ ਦਾ ਭਾਅ ਥੋੜਾ ਜਿਹਾ ਥੱਲੇ ਨੂੰ ਆਇਆ, 5,000 ਤੋਂ ਥੱਲੇ 4600 ਤੇ $60 ਦੇ ਉੱਤੇ ਚੱਲ ਰਿਹਾ ਟਰੋਏ ਔਂਸ ਦੇ ਮੁਤਾਬਕ। ਤੇ ਕੱਚੇ ਤੇਲ ਦੀ ਕੀਮਤ $95 ਪ੍ਰਤੀ ਬੈਰਲ ਜਿਹੜੀ ਚੱਲ ਰਹੀ ਆ। 10 year yield 4.25%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 70,213 ਤੇ ਇਥੀਰੀਅਮ 2100 ਤੇ $48 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਤੇ ਇੰਡੀਆ ਦੇ $92 ਤੇ 95 ਪੈਸੇ, ਪਾਕਿਸਤਾਨ ਦੇ $279 ਤੇ 31 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜੀ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।